ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਦਲਜੀਤ ਐਜੂਕੇਸ਼ਨ ਵਰਲਡ ਉੱਤੇ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ DLED ਜਾਣੀ ETT ਫਸਟ ਈਅਰ ਦੇ ਇੰਗਲਿਸ਼ ਸਬਜੈਕਟ ਦੇ ਟੌਪਿਕ ਸਟ੍ਰੈਸ ਦੀ। ਸੋ ਬਿਫੋਰ ਸੇਇੰਗ ਐਨੀਥਿੰਗ ਅਬਾਊਟ ਟੂਡੇਜ਼ ਟੌਪਿਕ, ਮੈਂ ਇੱਕ ਚੀਜ਼ ਕਲੀਅਰ ਕਰ ਦੇਵਾਂ ਕਿ ਇਹ ਜੋ ਸਟ੍ਰੈਸ ਹੈ ਇਹ ਉਹ ਸਟ੍ਰੈਸ ਨਹੀਂ ਹੈ ਜੋ ਸਟ੍ਰੈਸ ਅਸੀਂ ਕਿਸੇ ਦੁਖਦਾਈ ਗੱਲ ਦਾ ਲੈ ਲੈਂਦੇ ਹਾਂ, ਕਿਸੇ ਦੁੱਖ ਭਰੀ ਗੱਲ ਦਾ ਲੈ ਲੈਂਦੇ, ਕੋਈ ਟੈਨਸ਼ਨ ਲੈ ਲੈਂਦੇ ਹਾਂ। So this is not that kind of stress. This is stress. Actually, the full name of the topic is stress. Word stress, sentence stress in connected speech. So before wasting time, let's start the topic. So if we want to define the term stress in few words, then we can say that stress may be described as the degree of force with which a sound or syllable is uttered. So ਜੇਕਰ ਗੱਲ ਅਸੀਂ ਪੰਜਾਬੀ ਦੇ ਵਿੱਚ ਕਰੀਏ ਤਾਂ ਸਟ੍ਰੈਸ ਕੀ ਹੈ? ਸਟ੍ਰੈਸ ਇੱਕ ਡਿਗਰੀ ਆਫ ਫੋਰਸ ਹੈ ਕਿ ਕਿੰਨਾ ਦਬਾਅ ਦਿੰਦੇ ਹੋ, ਉਹਦੀ ਡਿਗਰੀ ਕਿੰਨੀ ਹੈ, ਉਹਦਾ ਲੈਵਲ ਕਿੰਨਾ ਹੈ, ਵਿਦ ਵਿਚ ਆ ਸਾਊਂਡ ਔਰ ਸਿਲੇਬਲਸ, ਜਿਸ ਦੇ ਨਾਲ ਅਸੀਂ ਜਦੋਂ ਵੀ ਅਸੀਂ ਕਿਸੇ ਸ਼ਬਦ ਨੂੰ ਬੋਲਦੇ ਹਾਂ, ਕਿਸੇ ਵਾਕ ਨੂੰ ਬੋਲਦੇ ਹਾਂ ਤਾਂ ਅੰਡਰਸਟੂਡ ਹੈ ਕਿ ਕੁਝ ਸ਼ਬਦਾਂ 'ਤੇ ਅਸੀਂ ਦਬਾਅ ਦਿੰਦੇ ਹਾਂ, ਕੁਝ 'ਤੇ ਨਹੀਂ ਦਿੰਦੇ। ਦੈਟ ਇਜ਼ ਕਾਲਡ ਸਟ੍ਰੈਸ ਐਕਚੁਅਲੀ। ਫੋਰ ਐਗਜ਼ਾਮਪਲ ਮੈਂ ਇੱਕ ਇੱਥੇ ਛੋਟਾ ਜਿਹਾ ਵਾਕ ਲਵਾਂਗਾ ਤਾਂ ਕਿ ਤੁਹਾਨੂੰ ਇਹਦਾ ਜਿਹੜਾ ਕੌਨਸੈਪਟ ਹੈ ਉਹ ਹੋਰ ਵੀ ਕਲੀਅਰ ਹੋ ਜਾਵੇ। ਐਕਚੁਅਲੀ ਇੱਕ ਵਰਡ ਲੈ ਲੈਂਦੇ ਆਪਾਂ ਸਿਸਟਰ। ਸਿਸਟਰ ਜਿਹਨੂੰ ਅਸੀਂ ਭੈਣ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਸੋ ਸਿਸਟਰ ਵਰਡ ਨੂੰ ਬੋਲ ਕੇ ਦੇਖੋ ਤੁਸੀਂ। ਸਿਸਟਰ, ਜਿਹੜਾ ਸਾਡਾ ਪੂਰਾ ਸਟ੍ਰੈਸ ਹੈ ਉਹ ਸਿਸ 'ਤੇ ਹੈ। ਜਿਹੜਾ ਟਰ ਹੈ ਉਹ ਬੜਾ ਲਾਈਟਲੀ ਅਸੀਂ ਬੋਲ ਦਿੰਦੇ ਹਾਂ, ਪਤਾ ਵੀ ਨਹੀਂ ਲੱਗਦਾ। ਕਈ ਵਾਰ ਤਾਂ ਰ ਦੀ ਸਾਊਂਡ ਆਉਂਦੀ ਵੀ ਨਹੀਂ। ਸਿਸਟਰ, ਸਿਸਟਰ, ਠੀਕ ਹੈ। ਸੋ ਦ ਸਪੀਕਰ ਹੈਜ਼ ਦ ਫੀਲਿੰਗ ਆਫ ਅ ਗ੍ਰੇਟਰ ਐਨਰਜੀ ਔਰ ਫੋਰਸ ਆਫ ਐਡੈਂਸ ਇਨ ਸਟ੍ਰੈਸ ਸਿਲੇਬਲ ਦੈਨ ਇਨ ਅਨਸਟ੍ਰੈਸਡ ਸਿਲੇਬਲਸ। ਸੋ ਇਹ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਸਟ੍ਰੈਸਡ ਸਿਲੇਬਲਸ ਯਾਨੀ ਅੱਖਰਾਂ ਨੂੰ ਬੋਲਦੇ ਹਾਂ ਅਤੇ ਸਾਡੇ ਇਹਦੇ ਵਿੱਚ ਇੱਕ ਗ੍ਰੇਟਰ ਐਨਰਜੀ ਦੀ ਫੀਲਿੰਗ ਹੁੰਦੀ ਹੈ, ਕਿਉਂਕਿ ਅਸੀਂ ਪੂਰੀ ਐਨਰਜੈਟਿਕ ਹੋ ਕੇ ਉਹਨਾਂ ਸ਼ਬਦਾਂ ਨੂੰ ਬੋਲਦੇ ਹਾਂ ਜਿਨ੍ਹਾਂ 'ਤੇ ਅਸੀਂ ਸਟ੍ਰੈਸ ਦੇਣਾ ਹੁੰਦਾ ਹੈ। ਅਤੇ ਜਿਨ੍ਹਾਂ 'ਤੇ ਅਸੀਂ ਸਟ੍ਰੈਸ ਨਹੀਂ ਦੇਣਾ ਹੁੰਦਾ ਉਹਨਾਂ 'ਤੇ ਸਾਡੀ ਕੋਈ ਵੀ ਐਨਰਜੀ ਨਹੀਂ ਲੱਗਦੀ, ਅਸੀਂ ਐਨਰਜੀ ਫੀਲਿੰਗ ਨਹੀਂ ਕਰਦੇ ਕਿੰਨਾਂ ਸ਼ਬਦਾਂ 'ਤੇ, ਅਨਸਟ੍ਰੈਸ ਸਿਲੇਬਲਸ 'ਤੇ ਜਾਂ ਫਿਰ ਸੈਂਟੈਂਸਿਸ ਦੇ ਵਿੱਚ। ਸੋ ਉਮੀਦ ਹੈ ਤੁਹਾਨੂੰ ਇਹ ਟਰਮ ਜਿਹੜੀ ਉਹ ਕਲੀਅਰ ਹੋ ਗਈ ਹੋਵੇਗੀ। ਸੋ ਇੱਕ ਵਾਰ ਫਿਰ ਮੈਂ ਪੰਜਾਬੀ ਦੇ ਵਿੱਚ 2 ਲਾਈਨਾਂ ਦੇ ਵਿੱਚ ਦੱਸ ਦੇਵਾਂ ਕਿ ਜਦੋਂ ਵੀ ਅਸੀਂ ਕੋਈ ਸ਼ਬਦ ਜਾਂ ਕੋਈ ਵਾਕ ਬੋਲਦੇ ਹਾਂ ਤਾਂ ਅਸੀਂ ਕੁਝ ਸ਼ਬਦਾਂ 'ਤੇ ਦਬਾਅ ਦਿੰਦੇ ਹਾਂ ਅਤੇ ਕੁਝ 'ਤੇ ਨਹੀਂ। ਉਸ ਦਬਾਅ ਦੀ ਡਿਗਰੀ ਨੂੰ ਹੀ ਐਕਚੁਅਲੀ ਸਟ੍ਰੈਸ ਕਿਹਾ ਜਾਂਦਾ ਹੈ। ਸੋ ਜੇਕਰ ਅਸੀਂ ਗੱਲ ਕਰੀਏ ਜੋਨਸ ਦੀ, ਜੋਨਸ ਨੇ ਵੀ ਸੇਮ ਚੀਜ਼ ਹੀ ਕਹੀ ਹੈ ਕਿ ਸਟ੍ਰੈਸ ਇਜ਼ ਦ ਡਿਗਰੀ ਆਫ ਫੋਰਸ ਵਿਦ ਵਿਚ ਅ ਸਪੀਕਰ ਪ੍ਰੋਨਾਊਂਸਿਸ ਅ ਵਰਡ ਔਰ ਸਿਲੇਬਲ। ਕਿ ਜਿਹੜੀ ਸਟ੍ਰੈਸ ਹੈ ਉਹ ਫੋਰਸ ਦੀ ਇੱਕ ਡਿਗਰੀ ਹੈ ਕਿ ਕਿੰਨਾ ਫੋਰਸ ਤੁਸੀਂ ਲਗਾਉਣਾ ਹੈ ਜਿਹਦੇ ਨਾਲ ਇੱਕ ਸਪੀਕਰ ਸ਼ਬਦ ਜਾਂ ਫਿਰ ਅੱਖਰ ਬੋਲਦਾ ਹੈ। ਸੋ ਉਮੀਦ ਹੈ ਤੁਹਾਨੂੰ ਜਿਹੜੀ ਸਟ੍ਰੈਸ ਟਰਮ ਕਲੀਅਰ ਹੋ ਗਈ ਹੋਵੇਗੀ। ਇਸ ਤੋਂ ਇਲਾਵਾ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਕੁਝ ਹੋਰ ਚੀਜ਼ਾਂ ਵੀ ਆਪਾਂ ਇਹਦੇ ਬਾਰੇ ਕਹਿ ਸਕਦੇ ਹਾਂ। ਦੈਟ ਇਜ਼ ਕਿ ਜਿਵੇਂ ਕਹਿ ਲਓ ਅਸਲ ਦੇ ਵਿੱਚ ਨਾ ਕੀ ਹੈ ਕਿ ਇਨਫੈਕਟ ਐਨ ਇੰਪੋਰਟੈਂਟ ਪਾਰਟ ਆਫ ਇਟ, ਇਨਫੈਕਟ ਇਟ ਇਜ਼ ਐਨ ਇੰਪੋਰਟੈਂਟ ਪਾਰਟ ਆਫ ਇਟ। ਇਹ ਇਹਦਾ ਇੰਪੋਰਟੈਂਟ ਪਾਰਟ ਹੈ ਸਾਡੀ ਲੈਂਗੁਏਜ ਦਾ, ਸਾਡੇ ਵਰਡਸ ਦਾ। It gives music to the language and makes it clearly understandable. Music ਅਸੀਂ ਬੋਲਦੇ ਹਾਂ, ਜਦੋਂ ਅਸੀਂ ਰਿਦਮਿਕ ਵੇ ਦੇ ਵਿੱਚ ਬੋਲਦੇ ਹਾਂ that is called music. ਮਿਊਜ਼ਿਕ ਦਿੰਦਾ ਹੈ ਸਾਡੀ ਲੈਂਗੁਏਜ ਨੂੰ ਕੌਣ? ਸਟ੍ਰੈਸ। ਜੇਕਰ ਤੁਸੀਂ ਸਟ੍ਰੈਸਡ ਸ਼ਬਦਾਂ ਨੂੰ ਅਨਸਟ੍ਰੈਸਡ ਵੇ ਦੇ ਵਿੱਚ ਬੋਲੋਗੇ ਅਤੇ ਅਨਸਟ੍ਰੈਸਡ ਸ਼ਬਦਾਂ ਨੂੰ ਸਟ੍ਰੈਸਡ ਵੇ ਦੇ ਵਿੱਚ ਬੋਲੋਗੇ ਸੋ ਇਹ ਵਧੀਆ ਨਹੀਂ ਲੱਗਦਾ ਕਦੀ ਵੀ, ਡਜ਼ਨਟ ਲੁੱਕ ਨਾਈਸ। ਸੋ ਇਸੇ ਕਰਕੇ ਹੀ ਕਿਹਾ ਗਿਆ ਹੈ ਕਿ ਇਹ ਮਿਊਜ਼ਿਕ ਦਿੰਦਾ ਹੈ ਸਾਡੇ ਜਿਹੜੀ ਲੈਂਗੁਏਜ ਨੂੰ ਇੱਕ ਮਿਊਜ਼ਿਕ ਦਿੰਦਾ ਹੈ ਤਾਂ ਕਿ ਹੋਰ ਜ਼ਿਆਦਾ ਕਲੀਅਰਲੀ ਅੰਡਰਸਟੈਂਡੇਬਲ ਬਣ ਜਾਵੇ। ਇਸ ਤੋਂ ਇਲਾਵਾ ਆਪਾਂ ਹੋਰ ਕੀ ਕਹਿ ਸਕਦੇ ਹਾਂ ਕਿ ਇਟ ਇਜ਼ ਐਨ ਐਲੀਮੈਂਟ ਆਫ ਗ੍ਰੇਟ ਸਿਗਨੀਫਿਕੈਂਸ ਇਨ ਸਪੋਕਨ ਲੈਂਗੁਏਜ ਸਿੰਸ ਆਲ ਦ ਸਿਲੇਬਲ ਇਨ ਅ ਵਰਡ ਆਰ ਨੋਟ evenly stressed and all the words in a sentence are not uttered with uniformity.
ਸਾਨੂੰ ਪਤਾ ਹੈ ਕਿ ਸਾਰੇ ਸ਼ਬਦਾਂ ਦੀ ਆਪਸ ਵਿੱਚ ਕੋਈ ਯੂਨੀਫਾਰਮਿਟੀ ਨਹੀਂ ਔਰ ਸਾਰਿਆਂ ਹੀ ਸ਼ਬਦਾਂ 'ਤੇ ਅਸੀਂ ਈਵਨਲੀ ਸਟ੍ਰੈਸ ਨਹੀਂ ਦਿੰਦੇ। ਸੋ ਇਸੇ ਕਰਕੇ ਸਾਨੂੰ ਸਟ੍ਰੈਸ ਦੀ ਜਿਹੜੀ ਨੌਲੇਜ ਹੋਣੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਆਪਾਂ ਐਗਜ਼ਾਮਪਲ ਲੈ ਲੈਣੇ ਇੱਥੇ ਤਾਂ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਲੀਅਰਲੀ ਸਮਝ ਸਕੋ। ਆਪਾਂ ਇਸ ਐਗਜ਼ਾਮਪਲ ਨੂੰ ਡਿਸਕਸ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਨੂੰ ਇਹਦੀ ਬਿਲਕੁਲ ਪ੍ਰੋਪਰ ਸਮਝ ਆ ਜਾਵੇ। If we take up the sentence Radha is my friend, ਅਸੀਂ ਇੱਕ ਸੈਂਟੈਂਸ ਲੈ ਲੈਂਦੇ ਹਾਂ। The sentence is Radha is my friend. So we have different meanings by the shift in stress. ਜੇਕਰ ਅਸੀਂ ਸਿੰਪਲੀ ਇਸ ਸੈਂਟੈਂਸ ਨੂੰ ਲੈਂਦੇ ਹਾਂ, ਦਾ ਮਤਲਬ ਹੈ ਰਾਧਾ ਇਜ਼ ਮਾਈ ਫਰੈਂਡ, ਰਾਧਾ ਮੇਰੀ ਦੋਸਤ ਹੈ। ਹੁਣ ਜੇਕਰ ਅਸੀਂ ਸਟ੍ਰੈਸ ਦੇ ਹਿਸਾਬ ਨਾਲ ਦੇਖੀਏ ਤਾਂ ਇਹਦੀਆਂ ਡਿਫਰੈਂਟ ਸ਼ਿਫਟ ਦੇ ਵਿੱਚ ਸਟ੍ਰੈਸ ਦੇ ਹਿਸਾਬ ਨਾਲ ਸਾਨੂੰ ਇਹਦੇ ਡਿਫਰੈਂਟ ਮੀਨਿੰਗਸ ਪਤਾ ਲੱਗਣਗੇ। ਜਿਹੜਾ ਮੈਂ ਕੋਮਾ ਲਗਾਇਆ ਹੈ, ਜਿਸ ਵੀ ਸਿਲੇਬਲ 'ਤੇ ਮੈਂ ਜਾਂ ਕਿਸੇ ਵਰਡ 'ਤੇ ਮੈਂ ਕੋਮਾ ਲਗਾਇਆ, ਦੈਟ ਇਜ਼ ਕਾਲਡ ਸਟ੍ਰੈਸ। ਸਟ੍ਰੈਸ ਨੂੰ ਅਸੀਂ ਕੋਮੇ ਦੇ ਨਾਲ ਦੱਸਦੇ ਹੈਗੇ ਹਾਂ। ਸੋ ਫਸਟ ਜੇਕਰ ਅਸੀਂ ਸੈਂਟੈਂਸ ਲੈਂਦੇ ਹਾਂ ਤਾਂ ਉਹਦੇ 'ਚ ਲਿਖਿਆ ਹੈ ਕਿ ਰਾਧਾ ਇਜ਼ ਮਾਈ ਫਰੈਂਡ। ਸੈਂਟੈਂਸ ਇਜ਼ ਸੇਮ ਬਟ ਸਟ੍ਰੈਸ ਕਿਹਦੇ 'ਤੇ? ਰਾਧਾ। ਸੋ ਇੱਥੇ ਇਹ ਵਾਕ ਕੀ ਕਹਿ ਰਿਹਾ ਹੈ ਕਿ ਓਨਲੀ ਰਾਧਾ, ਨੋਟ ਸਮਵਨ ਐਲਸ। ਆਪਾਂ ਕਹਿੰਦੇ ਰਾਧਾ ਇਜ਼ ਮਾਈ, ਸਾਡਾ ਸਾਰਾ ਸਟ੍ਰੈਸ ਰਾਧਾ 'ਤੇ ਆ, ਰਾਧਾ ਇਜ਼ ਮਾਈ ਫਰੈਂਡ। ਬਾਕੀ ਚੀਜ਼ਾਂ 'ਤੇ ਅਸੀਂ ਸਟ੍ਰੈਸ ਨਹੀਂ ਦਿੰਦੇ, ਸਾਰਾ ਸਟ੍ਰੈਸ ਰਾਧਾ 'ਤੇ ਹੈ। ਜਦੋਂ ਅਸੀਂ ਇਹ ਦੱਸਣਾ ਹੋਵੇ ਕਿ ਸਿਰਫ ਰਾਧਾ, ਸਾਡਾ ਮੇਨ ਪਰਪਸ ਹੈ ਕਿ ਅਸੀਂ ਰਾਧਾ ਬਾਰੇ ਦੱਸਣਾ ਕਿ ਰਾਧਾ ਇਜ਼ ਮਾਈ ਫਰੈਂਡ। ਸੋ ਸਾਡਾ ਪੂਰਾ ਸਟ੍ਰੈਸ ਓਨਲੀ ਰਾਧਾ ਵਰਡ 'ਤੇ ਹੋਏਗਾ, ਬਾਕੀਆਂ 'ਤੇ ਨਹੀਂ ਹੋਏਗਾ। ਜੇਕਰ ਅਸੀਂ ਕਹਿਣਾ ਹੋਵੇ ਹਾਂ ਹੈ, ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਫਰੈਂਡ ਹੈ, ਅਤੇ ਉਦੋਂ ਫਿਰ ਅਸੀਂ ਇਸ 'ਤੇ ਸਟ੍ਰੈਸ ਦੇਵਾਂਗੇ, ਰਾਧਾ ਇਜ਼ ਮਾਈ ਫਰੈਂਡ। ਇਜ਼ ਹੈ, ਵਾਈ ਡੂ ਯੂ ਡੇਨਾਈ, ਕਿ ਕਿਉਂ ਨਹੀਂ ਹੈ, ਠੀਕ ਹੈ। ਰਾਧਾ ਇਜ਼ ਮਾਈ ਫਰੈਂਡ, ਜਦੋਂ ਅਸੀਂ ਕਹਿਣਾ ਹੋਵੇ ਕਿ ਸਿਰਫ ਮੇਰੀ ਫਰੈਂਡ ਹੈ, ਨਾਟ ਯੋਰਸ, ਤਾਂ ਮੇਰੀ। ਆਪਾਂ ਕਹਿੰਦੇ ਜਨਰਲੀ ਆਪਾਂ ਕਿਸੇ ਬੱਚੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੇਖੀਏ ਤਾਂ ਉਹਨਾਂ ਕੋਲ ਕੋਈ ਟੋਇਜ਼ ਹੈ ਜਾਂ ਫਿਰ ਕੋਈ ਪੈਨਸਿਲ ਹੈ, ਕੋਈ ਇਰੇਜ਼ਰ ਹੈ। ਜੇ ਅਸੀਂ ਉਹਨਾਂ ਨੂੰ ਪੁੱਛੀਏ ਜਾਂ ਕਿ ਕਿਹਦੀ ਇਰੇਜ਼ਰ ਹੈ, ਕਿਹਦੀ ਪੈਨਸਿਲ ਹੈ, ਤਾਂ ਉਹ ਬੜਾ ਸਟ੍ਰੈਸ ਦੇਖੇ ਕਿਉਂਕਿ ਮੇਰੀ, ਸਾਰਾ ਸਟ੍ਰੈਸ ਮੇਰੀ ਵਰਡ 'ਤੇ ਹੋਏਗਾ, ਮਾਈ। ਸੋ ਮਾਈ ਫਰੈਂਡ, ਨਾਟ ਯੋਰਸ, ਮਾਈ ਪੈਨਸਿਲ, ਨਾਟ ਯੋਰਸ। ਜਦੋਂ ਅਸੀਂ ਮਲਕੀਅਤ ਦੱਸਣੀ ਹੋਵੇ ਕਿ ਇਹ ਚੀਜ਼ ਮੇਰੀ ਹੈ ਤਾਂ ਅਸੀਂ ਮਾਈ 'ਤੇ ਸਟ੍ਰੈਸ ਦੇਵਾਂਗੇ। ਐਂਡ ਲਾਸਟਲੀ ਅਸੀਂ ਦੇਖੀਏ ਰਾਧਾ ਇਜ਼ ਮਾਈ ਫਰੈਂਡ, ਜਦੋਂ ਅਸੀਂ ਪੁੱਛਣਾ ਹੋਵੇ ਨਥਿੰਗ ਐਲਸ ਦੈਨ ਫਰੈਂਡ, ਜਦੋਂ ਅਸੀਂ ਦੱਸਣਾ ਹੋਵੇ ਕਿ ਰਿਲੇਸ਼ਨ ਕੀ ਹੈ, ਫਰੈਂਡ ਹੈ, ਤਾਂ ਅਸੀਂ ਫਰੈਂਡ 'ਤੇ ਸਟ੍ਰੈਸ ਦੇਵਾਂਗੇ। ਸੋ ਅਕੋਰਡਿੰਗ ਟੂ ਰਿਕੁਆਇਰਮੈਂਟ, ਸੋ ਕੀ ਕਹਿ ਸਕਦੇ ਹਾਂ ਅਸੀਂ ਕਿ ਅਕੋਰਡਿੰਗ ਟੂ ਰਿਕੁਆਇਰਮੈਂਟ ਅਸੀਂ ਸੈਂਟੈਂਸ 'ਤੇ ਸਟ੍ਰੈਸ, ਸੈਂਟੈਂਸ ਦੇ ਸ਼ਬਦਾਂ 'ਤੇ, ਸਿਲੇਬਲਸ 'ਤੇ ਸਟ੍ਰੈਸ ਦਿੰਦੇ ਹਾਂ ਜਿਵੇਂ ਜਿਵੇਂ ਸਾਨੂੰ ਜ਼ਰੂਰਤ ਹੈ। ਉਮੀਦ ਹੈ ਰਾਜੇ ਤੁਹਾਨੂੰ ਇਸ ਐਗਜ਼ਾਮਪਲ ਤੋਂ ਬਾਅਦ ਤਾਂ ਬਿਲਕੁਲ ਹੀ ਕਲੀਅਰ ਹੋ ਗਿਆ ਹੋਵੇਗਾ। ਚਲਦੇ ਅੱਗੇ ਤੇ ਗੱਲ ਕਰਦੇ ਹਾਂ ਇਹਦੀਆਂ ਕਿਸਮਾਂ ਦੀ। ਸਟ੍ਰੈਸ ਦੀਆਂ ਐਕਚੁਅਲੀ ਦੋ ਕਿਸਮਾਂ ਹੁੰਦੀਆਂ ਨੇ, ਵਰਡ ਸਟ੍ਰੈਸ ਅਤੇ ਸੈਂਟੈਂਸ ਸਟ੍ਰੈਸ। ਵਰਡ ਸਟ੍ਰੈਸ ਕੀ ਹੁੰਦਾ ਹੈ, ਸੈਂਟੈਂਸ ਸਟ੍ਰੈਸ ਕੀ ਹੁੰਦਾ ਹੈ, ਲੈਟਸ ਡਿਸਕਸ ਵਨ ਬਾਏ ਵਨ। ਸਭ ਤੋਂ ਪਹਿਲਾਂ ਵਰਡ ਸਟ੍ਰੈਸ ਦੀ ਜੇਕਰ ਗੱਲ ਕਰੀਏ, ਸੋ ਵਰਡ ਸਟ੍ਰੈਸ ਮੀਨਸ ਸਟ੍ਰੈਸ ਔਨ ਅ ਸਿਲੇਬਲ ਔਰ ਸਿਲੇਬਲਸ, ਇੱਕ ਅੱਖਰ ਜਾਂ ਕੁਝ ਅੱਖਰਾਂ 'ਤੇ ਸਟ੍ਰੈਸ ਦੇਣਾ। ਮਤਲਬ ਵਰਡ ਸਟ੍ਰੈਸ ਮੀਨਸ ਸਟ੍ਰੈਸ ਔਨ ਅ ਸਿਲੇਬਲ ਔਰ ਸਿਲੇਬਲਸ ਆਫ ਅ ਵਰਡ, ਕਿਸੇ ਵਰਡ ਦੇ ਇੱਕ ਸਿਲੇਬਲ 'ਤੇ ਜਾਂ ਫਿਰ ਕੁਝ ਸਿਲੇਬਲਸ 'ਤੇ ਸਟ੍ਰੈਸ ਦੇਣ ਨੂੰ ਅਸੀਂ ਵਰਡ ਸਟ੍ਰੈਸ ਕਹਿੰਦੇ ਹਾਂ। ਐਜ਼ ਐਗਜ਼ਾਮਪਲ you can find some words on your screen like doctor, useful, carry, sister, damage. ਸੋ ਇੱਥੇ ਅਸੀਂ ਇਹ ਦੱਸਿਆ ਹੈ ਕਿ ਇੱਕ ਸਿਲੇਬਲ 'ਤੇ ਜਾਂ ਫਿਰ ਕੁਝ ਸਿਲੇਬਲਸ 'ਤੇ ਜਦੋਂ ਅਸੀਂ ਸਟ੍ਰੈਸ ਦਿੰਦੇ ਉਹ ਕਿਸ ਤਰ੍ਹਾਂ ਦਿੰਦੇ ਹਾਂ, ਕਿਸ ਤਰੀਕੇ ਦੇ ਨਾਲ ਦਿੰਦੇ ਹਾਂ। ਸਮ ਟਾਈਮ ਅ ਵਰਡ ਕੰਸਿਸਟ ਆਫ 1 or 2 syllables ਐਂਡ ਸਮ ਟਾਈਮ ਈਵਨ ਮੋਰ। ਕਈ ਵਾਰ ਇੱਕ ਸ਼ਬਦ ਦੇ ਜਿਹੜਾ ਸਟ੍ਰੈਸ ਪਾਰਟ ਹੈ, ਇੱਕ ਨਾਲੋਂ ਜ਼ਿਆਦਾ ਸਿਲੇਬਲਸ ਹੁੰਦੇ ਨੇ ਉਸ ਸੈਂਟੈਂਸ ਦੇ ਵਿੱਚ, ਕਈ ਵਾਰੀ ਹੋਰ ਵੀ ਉਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਸੋ ਸਟ੍ਰੈਸ can be either on the first syllable or on the second syllable or on the both.
कई बार फस्ट सिलेबल ते असी स्ट्रैस दिंदे आ, कई बार असी सैकेंड सिलेबल ते स्ट्रैस दिंदे आ, ते कई बार दोनों ही सिलेबल्स ते स्ट्रैस असी दिंदे आ। सो आप एग्जाम्पल्स लै लेने आ। जेकर असी फस्ट सिलेबल की गल करिए कि किसी वाक दे विच किसी शब्द दे विच जेकर असी फस्ट सिलेबल ते स्ट्रैस देना है, बाकियां ते नहीं, तो तुहाडे सामने एग्जाम्पल ने डॉक्टर। तुसी देखो डॉक ते असी स्ट्रैस दिंदे आ ते टर ते असी नहीं, जी डॉक्टर टोर ते असी स्ट्रैस नहीं दिंदे। डॉक्टर यूजफुल साडा जिहड़ा पूरा स्ट्रैस है वो यूज ते हुंदा है, फुल ते कदे नहीं। असी कदे भी यूजफुल नहीं कहा है ना, कदे भी तुसी इस तरह बोले कि यूजफुल, असी कहने यूजफुल। सिमिलरली कैरी, अगे असी सी ए ते जिहड़ा ज़्यादा स्ट्रैस दिंदे, कैरी जिहड़ा आर वाई आ बड़ा लाइटली कहने, सिस्टर मैं पहला भी दस्सिया सी, ते डैमेज डी ए एम ए ते असी स्ट्रैस दिंदे आ, एज जिहड़ी है बहुत लाइटली कहते हैं डैमेज। जेकर गल करिए सैकेंड सिलेबल ते असी पहले पार्ट नूं छड्ड के सैकेंड पार्ट ते असी जदों स्ट्रैस दिंदे आ तां उहदियां एग्जाम्पल्स ने अगेन। तुसी देखो अ दी जिहड़ी साउंड है बहुत घट आंदी है, अगेन असी बहुत ज़्यादा स्ट्रैस दे के कहने आ अगेन। बिलीव बी ते असी स्ट्रैस नहीं दिंदे, लीव ते असी स्ट्रैस दिंदे। मिसटेक मिस बहुत लाइटली कह दिंदे, टेक जिहड़ा वो स्ट्रैस दे के कहने आ। इसी जेकर असी सैकेंड पार्ट ते स्ट्रैस दईए तो हुण गल करते हैं जे असी फस्ट भी तो सैकेंड भी दोनों ही पार्ट ते स्ट्रैस दे के कोई शब्द बोलते हैं तो वो किवें बोलते हैं। जिवें 16 है, असी 6 ते भी उन्ना ही स्ट्रैस दिंदे ते टीन ते भी उन्ना ही 16। परपेयर्ड भी पूरा फुली साडे साउंड मूँह दे विचों माउथ दे विचों असी जदों प्रोड्यूस करते हैं। परपेयर्ड दोनों ही पार्ट दे उपर असी इक्वल स्ट्रैस दिंदे आ। 9 ते भी सेम स्ट्रैस, टीन ते भी सेम स्ट्रैस। सो इसी रजे वर्ड स्ट्रैस की गल उम्मीद है तुहानूं पता लग गई होएगी। चलते हैं अगे तो गल करते हैं सेंटेंस स्ट्रैस की। सेंटेंस स्ट्रैस की जेकर गल करिए, सेंटेंस स्ट्रैस मीनस स्ट्रैस ऑन अ पर्टिकुलर वर्ड और वर्ड्स इन अ सेंटेंस। किसी वाक दे विच एक पर्टिकुलर वर्ड ते स्ट्रैस देना, या फिर कह लो एक पर्टिकुलर वर्ड या फिर वर्ड्स, यानी एक नालों ज़्यादा असी शब्दां ते जो स्ट्रैस देना होवे, दैट इज़ कॉल्ड सेंटेंस स्ट्रैस। मतलब सेंटेंस स्ट्रैस का मतलब ये नहीं कि पूरा सेंटेंस ही तुसी स्ट्रैस दे के बोलना है, नहीं। सेंटेंस स्ट्रैस दे विच भी यही हुंदा है कि एक नालों ज़्यादा शब्दां ते एक या एक तो वध शब्दां ते जदों असी स्ट्रैस दिंदे आ जिहड़े उस वाक दे विच हन, दैट इज़ कॉल्ड सेंटेंस स्ट्रैस एक्चुअली। So there are there are no set rules to determine which word is to be stressed। मतलब ये कोई ज़रूरी नहीं, कोई रूल नहीं है कि तुसी किस वर्ड ते स्ट्रैस देना है किस ते नहीं। जिवें असी हुणे एग्जाम्पल लई सी एक राधा इज़ माई फ्रेंड, तो उहदे ते कोई रूल नहीं सीगा, रिक्वायरमेंट ते डिपेंड करदा सी कि तुसी वाक नूं जदों बोलदे हो तो तुहाडी रिक्वायरमेंट की है। तुसी ये दसना है कि मेरी फ्रेंड है, या तुसी ये दसना है कि राधा है, या तुसी ये दसना है कि है। ये डिपेंड करता है सिचुएशन ते अकॉर्डिंग टू योर रिक्वायरमेंट तुसी स्ट्रैस दिंदे हो। सो इसे करके कहा जाता है, तुसी ये लाइन जी बहुत इंपॉर्टेंट है कि देर आर नो सैट रूल्स टू डिटरमाइन विच वर्ड इज़ टू बी स्ट्रैस्ड which not। in normal speech ਜਿਹੜੇ ਆਮ ਸਪੀਚ ਹੁੰਦੇ ਆ, all nouns, main verbs, adjectives, adverb, interrogative pronouns are generally stressed। ਇਹ ਤੁਸੀਂ ਨੋਟ ਕਰ ਲਓ, ਬੇਸ਼ੱਕ ਕੋਈ ਸੈਟ ਰੂਲਸ ਨਹੀਂ ਹਨ, ਫਿਰ ਵੀ ਨੋਰਮਲ ਸਪੀਚ ਦੇ ਵਿੱਚ ਮਤਲਬ ਇਹ ਕੋਈ ਰੂਲਸ ਦੇ ਵਿੱਚ ਨਹੀਂ ਆਉਂਦਾ, ਬਟ ਜਨਰਲੀ ਨੋਰਮਲ ਸਪੀਚ ਦੇ ਵਿੱਚ ਅਸੀਂ ਜਨਰਲੀ ਕੀ ਕਰਦੇ ਹਾਂ, ਨਾਊਨਸ 'ਤੇ ਨੋਟ ਕਰ ਲਓ। ਨਾਊਨ ਹੋ ਗਿਆ, ਮੇਨ ਵਰਬ ਹੋ ਗਏ। ਮੇਨ ਵਰਬ ਹੁੰਦੇ ਜਿਹੜੇ ਸਾਡੇ ਜਿਹੜੇ ਮੇਨ ਵਰਬ ਹੈ, ਲਾਈਕ ਬ੍ਰਿੰਗ ਹੈ, ਠੀਕ ਹੈ, ਇਹਦੇ ਵਿੱਚ ਮੇਨ ਵਰਬ ਬ੍ਰਿੰਗ ਹੈ। ਸੋ ਜਿਹੜੇ ਮੇਨ ਵਰਬਸ ਹੁੰਦੇ ਨੇ, ਜਾਂ ਫਿਰ ਐਡਜੈਕਟਿਵਸ ਹੁੰਦੇ ਨੇ। ਐਡਜੈਕਟਿਵ ਕਿਹੜੇ ਹੁੰਦੇ ਆ, ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਕਿਸੇ ਦੀ ਜਦੋਂ ਅਸੀਂ ਵਿਸ਼ੇਸ਼ਤਾ ਦੱਸਣੀ ਹੈ ਐਡਜੈਕਟਿਵਸ ਨਾਲ ਦੱਸਦੇ ਹਾਂ, ਜਾਂ ਫਿਰ ਐਡਵਰਬ ਹੋ ਗਏ, ਜਾਂ ਫਿਰ ਇੰਟੈਰੋਗੇਟਿਵ ਪ੍ਰੋਨਾਊਨਸ ਹੋ ਗਏ, ਲਾਈਕ ਹੂ, ਹੈ ਨਾ। ਇੰਟੈਰੋਗੇਟਿਵ ਪ੍ਰੋਨਾਊਨਸ ਹੋ ਗਏ, ਇਹਨਾਂ 'ਤੇ ਅਸੀਂ ਸਟ੍ਰੈਸ ਦਿੰਦੇ ਹਾਂ। ਹੂ ਆਰ ਯੂ, ਠੀਕ ਹੈ। ਹੂ 'ਤੇ ਅਸੀਂ ਪੂਰਾ ਸਟ੍ਰੈਸ ਦਿੰਦੇ ਹਾਂ। ਵੇਅਰ,
ਜਿਹੜੇ ਇਹ ਇੰਟੈਰੋਗੇਟਿਵ ਪ੍ਰੋਨਾਊਨਸ ਹੁੰਦੇ, ਜਿਹੜੇ ਕੁਐਸਚਨ ਪੁੱਛਦੇ ਆ, ਪ੍ਰੋਨਾਊਨ ਵੀ ਹੁੰਦੇ ਆ। ਕੌਣ ਅਸੀਂ ਕਿਸੇ ਪਰਸਨ ਲਈ ਯੂਜ਼ ਕਰ ਰਹੇ ਹਾਂ, ਦੈਟ ਇਜ਼ ਵਾਈ ਇਟ ਇਜ਼ ਪ੍ਰੋਨਾਊਨ, ਬਟ ਇਟ ਇਜ਼ ਇਨ ਇੰਟੈਰੋਗੇਟਿਵ ਪ੍ਰੋਨਾਊਨ। ਤੋ ਜਦੋਂ ਕਿ ਅਸੀਂ ਕਿੰਨਾ ਸ਼ਬਦਾਂ 'ਤੇ ਜ਼ਿਆਦਾ ਸਟ੍ਰੈਸ ਨਹੀਂ ਦਿੰਦੇ ਜਨਰਲੀ, ਲਾਈਕ ਪ੍ਰੈਪੋਜੀਸ਼ਨਸ ਹੋ ਗਈਆਂ, ਆਰਟੀਕਲਸ ਹੋ ਗਏ, ਪ੍ਰੈਪੋਜੀਸ਼ਨ ਹੁੰਦੀਆਂ ਨਾ ਆਫ, ਟੂ ਵਗੈਰਾ, ਅਤੇ ਜਿਸ ਆਰਟੀਕਲ ਹੋ ਗਏ ਏ ਐਨ ਦਾ ਹੋ ਗਿਆ, ਜਿਵੇਂ ਕੰਜਕਸ਼ਨਸ ਹੋ ਗਈਆਂ ਜਿਨ੍ਹਾਂ ਨੂੰ ਅਸੀਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੁਆਇਨ ਕਰਨ ਦੇ ਲਈ ਯੂਜ਼ ਕਰਦੇ ਹਾਂ, ਐਂਡ ਹੈਲਪਿੰਗ ਵਰਬਸ ਲਾਈਕ ਇਜ਼, ਆਰ, ਐਮ, ਵਾਜ਼, ਵਰ, ਜਿਹੜੇ ਇਹਨਾਂ 'ਤੇ ਜ਼ਿਆਦਾ ਜਨਰਲੀ ਸਟ੍ਰੈਸ ਨਹੀਂ ਦਿੱਤਾ ਜਾਂਦਾ। ਸੋ ਇਹ ਚੀਜ਼ਾਂ ਨੋਟ ਕਰ ਲਓ ਕਿ ਸਟ੍ਰੈਸ ਦਿੱਤਾ ਜ਼ਿਆਦਾ ਕਿਹਨਾਂ 'ਤੇ ਜਾਂਦਾ। ਇਹ ਨੋਰਮਲ ਸਪੀਚ, ਕੋਈ ਸੈਟ ਰੂਲ ਨਹੀਂ ਹੈ, ਬਟ ਫਿਰ ਵੀ ਨੋਰਮਲ ਸਪੀਚ ਦੇ ਵਿੱਚ ਅਸੀਂ ਮੇਨਲੀ ਸਾਰੇ ਨਾਊਨਸ 'ਤੇ, ਮੇਨ ਵਰਬਸ 'ਤੇ, ਐਡਜੈਕਟਿਵ 'ਤੇ, ਐਡਵਰਬ 'ਤੇ ਅਤੇ ਇੰਟੈਰੋਗੇਟਿਵ ਪ੍ਰੋਨਾਊਨਸ 'ਤੇ ਸਟ੍ਰੈਸ ਦਿੰਦੇ ਹਾਂ, ਜਦੋਂ ਕਿ ਪ੍ਰੈਪੋਜੀਸ਼ਨ 'ਤੇ, ਆਰਟੀਕਲਸ 'ਤੇ, ਕੰਜਕਸ਼ਨਸ 'ਤੇ ਅਤੇ ਹੈਲਪਿੰਗ ਵਰਬ 'ਤੇ ਸਟ੍ਰੈਸ ਨਹੀਂ ਦਿੰਦੇ। ਸੋ ਬਿਕੋਜ਼ ਦੇ ਹੈਵ ਵੀਕ ਫੋਰਮਸ, ਕਿਉਂਕਿ ਉਹਨਾਂ ਦੀ ਫੋਰਮ ਜਿਹੜੀ ਉਹ ਵੀਕ ਹੁੰਦੀ ਹੈ। ਅਤੇ ਐਗਜ਼ਾਮਪਲ ਅਸੀਂ ਲੈ ਲੈਂਦੇ ਹਾਂ, ਬਰਿੰਗ ਮੀ ਅ ਬੁੱਕ। ਦੇਖੋ ਬਰਿੰਗ 'ਤੇ ਬੁੱਕ 'ਤੇ ਸਟ੍ਰੈਸ ਦਿੱਤਾ, ਬਰਿੰਗ ਇਜ਼ ਵਰਬ ਐਂਡ ਬੁੱਕ ਇਜ਼ ਆ ਨਾਊਨ, ਠੀਕ ਹੈ। ਦ ਗਰਲ ਆਫ ਦ ਸਟੇਜ, ਸਟੇਜ ਇਜ਼ ਅ ਨਾਊਨ ਐਂਡ ਗਰਲ ਇਜ਼ ਆਲਸੋ ਆ ਨਾਊਨ, ਦੋਨੋਂ ਹੀ ਨਾਊਨ ਵਰਡ 'ਤੇ ਅਸੀਂ ਸਟ੍ਰੈਸ ਦਿੱਤਾ ਹੈ। ਦ ਨੂੰ ਅਸੀਂ ਛੱਡਤਾ ਬਿਕੋਜ਼ ਦਾ ਇਜ਼ ਆਰਟੀਕਲ, ਆਫ ਨੂੰ ਅਸੀਂ ਸਟ੍ਰੈਸ ਨਹੀਂ ਦਿੱਤਾ ਬਿਕੋਜ਼ ਇਟ ਇਜ਼ ਪ੍ਰੈਪੋਜੀਸ਼ਨ ਐਂਡ ਦਾ ਇਜ਼ ਆਰਟੀਕਲ। ਸੋ ਵੀ ਵੋਂਟ ਟੂ ਟੇਕ ਟੀ, ਟੀ ਓਬਜੈਕਟ ਹੈ, ਨਾਊਨ ਹੈ, ਐਂਡ ਜਿਹੜੇ ਸਬਜੈਕਟ 'ਤੇ ਅਸੀਂ ਸਟ੍ਰੈਸ ਦਿੱਤਾ ਵੀ 'ਤੇ, ਵੀ ਵੋਂਟ ਟੂ ਟੇਕ ਟੀ। ਸੋ ਇਸੀ ਰਜੇ ਸੈਂਟੈਂਸ ਸਟ੍ਰੈਸ। ਸੋ ਹੁਣ ਅਸੀਂ ਕੀ ਨੋਟਸ ਕੀਤਾ, ਉੱਪਰ ਵਾਲੇ ਜਿਹੜੇ ਆ ਸ਼ਬਦ ਅਸੀਂ ਤਿੰਨੋਂ ਸੈਂਟੈਂਸ ਦੀ ਹੁਣ ਗੱਲ ਕੀਤੀ ਹੈ। ਸੋ ਇਨ ਦੀਜ਼ ਸੈਂਟੈਂਸਿਸ ਵੀ ਨੋਟਿਸ some word are stressed while other are not. When the word is stressed it is strong form and when not stressed it is weak form. ਸੋ ਜਦੋਂ ਅਸੀਂ ਕਿਸੇ ਸ਼ਬਦ 'ਤੇ ਸਟ੍ਰੈਸ ਦਿੰਦੇ ਹਾਂ ਤਾਂ ਇਹ ਸਟਰੋਂਗ ਫੋਰਮ ਹੈ, ਜਿਵੇਂ ਸਾਡੀ ਗ੍ਰੇਟਰ ਐਨਰਜੀ ਦੀ ਫੀਲਿੰਗ ਸਾਨੂੰ ਆਉਂਦੀ ਹੈ, ਅਤੇ ਜਦੋਂ ਅਸੀਂ ਸਟ੍ਰੈਸ ਨਹੀਂ ਦਿੰਦੇ ਤਾਂ ਇਹ ਵੀਕ ਫੋਰਮ ਹੁੰਦੀ ਹੈ। ਸੋ ਵਰਡਸ ਬਟ ਐਂਡ ਕੈਨ ਵੈਨ ਸਟ੍ਰੈਸਡ ਆਰ ਪ੍ਰੋਨਾਊਂਸ ਬਟ ਐਂਡ ਕੈਨ, ਐਂਡ ਜਦੋਂ ਅਸੀਂ ਇਹਨਾਂ 'ਤੇ ਸਟ੍ਰੈਸ ਨਹੀਂ ਦਿੰਦੇ ਉਦੋਂ ਅਸੀਂ ਕਹਿੰਦੇ ਬਿਟ, ਕੈਨ, ਹੈ ਨਾ। ਇਹ ਦੋ ਐਗਜ਼ਾਮਪਲਾਂ ਤੁਸੀਂ ਹੋਰ ਨੋਟ ਕਰ ਲਓ, ਦੋ ਹੋਰ ਸ਼ਬਦ ਲੈ ਲੈਣੇ ਅਸੀਂ, ਬਟ ਅਤੇ ਕੈਨ। ਜਦੋਂ ਅਸੀਂ ਇਹਨਾਂ 'ਤੇ ਸਟ੍ਰੈਸ ਦੇ ਕੇ ਬੋਲਦੇ ਅਸੀਂ ਕਹਿੰਦੇ ਬਟ, ਕੈਨ, ਅਤੇ ਜਦੋਂ ਅਸੀਂ ਸਟ੍ਰੈਸ ਨਹੀਂ ਦਿੰਦੇ ਬਿਟ, ਕੈਨ, ਅਸੀਂ ਇਸ ਤਰੀਕੇ ਦੇ ਨਾਲ ਬੋਲਦੇ ਹਾਂ। ਸੋ ਸਟਰੋਂਗ ਐਂਡ ਵੀਕ ਫੋਰਮਸ ਆਰ ਨੋਟਿਸਡ ਇਨ ਦ ਸਪੋਕਨ ਫੋਰਮ ਆਫ ਆ ਲੈਂਗੁਏਜ। ਅਸੀਂ ਜਦੋਂ ਵੀ ਕੋਈ ਲੈਂਗੁਏਜ ਬੋਲਦੇ ਹਾਂ ਜਾਂ ਕਿਸੇ ਨੂੰ ਸੁਣਦੇ ਹਾਂ ਤਾਂ ਅਸੀਂ ਵੀਕ ਅਤੇ ਸਟਰੋਂਗ ਫੋਰਮ ਨੋਟਿਸ ਕਰ ਸਕਦੇ ਹਾਂ। ਸੋ ਵੈਦਰ ਅ ਵਰਡ ਇਜ਼ ਪ੍ਰੋਨਾਊਂਸਡ ਇਨ ਦ ਸਟਰੋਂਗ ਵੇ ਔਰ ਇਨ ਦ ਵੀਕ ਵੇ ਡਿਪੈਂਡਸ ਅਪੋਨ ਦਾ ਕਾਈਂਡ ਆਫ ਅ ਸੈਂਟੈਂਸ ਇਨ ਵਿਚ ਇਟ ਓਕਰਸ। ਸੋ ਇਹ ਸੈਂਟੈਂਸ ਦੀ ਕਾਈਂਡ 'ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਉਹ ਸੈਂਟੈਂਸ ਹੈ, ਕਿਹਨਾਂ ਹਾਲਾਤਾਂ ਦੇ ਵਿੱਚ ਉਹ ਕਿਸ ਪਰਪਜ਼ ਦੇ ਲਈ ਉਹ ਸੈਂਟੈਂਸ ਯੂਜ਼ ਕੀਤਾ ਜਾ ਰਿਹਾ ਹੈ। ਸੋ ਇਸੀ ਰਜੇ ਸਾਡਾ ਟੋਪਿਕ ਸਟ੍ਰੈਸ, ਵਰਡ ਸਟ੍ਰੈਸ, ਸੈਂਟੈਂਸ ਸਟ੍ਰੈਸ ਇਨ ਕਨੈਕਟਿਡ ਸਪੀਚ। ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡੇ ਮਾਈਂਡ ਦੇ ਵਿੱਚ ਕੋਈ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ, ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ। ਆਪਾਂ ਮਿਲਾਂਗੇ ਇਹੋ ਜਿਹੀਆਂ ਹੀ ਹੋਰ ਵੀਡੀਓਜ਼ ਦੇ ਨਾਲ ਜਾਂ ਫਿਰ ETT ਦੇ ਹੀ ਕਿਸੇ ਹੋਰ ਲੈਕਚਰ ਦੇ ਵਿੱਚ। ਤਦ ਤੱਕ ਦੇਖਦੇ ਰਹੋ ਦਲਜੀਤ ਐਜੂਕੇਸ਼ਨ ਵਰਲਡ। ਅਤੇ ਜੇਕਰ ਤੁਸੀਂ ਕਿਸੇ ਪਰਟੀਕੂਲਰ ਟੋਪਿਕ 'ਤੇ ਵੀਡੀਓ ਚਾਹੁੰਦੇ ਹੋ ਕਿ ਸਰ ਆਹ ਟੋਪਿਕ ਸਾਨੂੰ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ, ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਮੈਨੂੰ ਅਲੱਗ ਤੋਂ ਕਹਿ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਮੈਂ ਉਸ ਪਰਟੀਕੂਲਰ ਟੋਪਿਕ 'ਤੇ ਵੀ ਇੱਕ ਵੀਡੀਓ ਬਣਾ ਦੇਵਾਂ। ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ।